ਯਿਸੂ ਦੇ ਪ੍ਰਕਾਸ਼ ਦੀ ਪੋਥੀ। ਇਸ ਪੁਸਤਕ ਦੇ ਲੇਖਕ ਦਾ ਨਾਮ ਆਰੰਭ ਵਿੱਚ ਹੀ ਦਿੱਤਾ ਗਿਆ ਹੈ, ਹਾਲਾਂਕਿ ਇਸ ਦਾ ਨਾਮ ਆਰੰਭ ਵਿੱਚ ਪ੍ਰਕਾਸ਼ ਦੀ ਪੋਥੀ ਨਹੀਂ ਹੈ। ਇਹ ਪੁਸਤਕ ਯਹੂਨਾ ਦੁਆਰਾ ਲਿਖੀ ਗਈ ਸੀ। ਇਹ ਉਸੇ ਪਿਆਰੇ ਚੇਲੇ ਦਾ ਹਵਾਲਾ ਹੋ ਸਕਦਾ ਹੈ ਜਿਸ ਨੇ ਯਹੂਨਾ ਦੀ ਅੰਜੀਲ ਅਤੇ ਪੱਤਰੀਆਂ ਨੂੰ ਲਿਖਿਆ ਸੀ, ਜਾਂ ਇਹ ਇੱਕ ਵੱਖਰਾ ਯਹੂਨਾ, ਇੱਕ ਮਸੀਹੀ ਯਹੂਦੀ ਨਬੀ ਹੋ ਸਕਦਾ ਹੈ ਜਿਸ ਨੇ ਆਪਣੀਆਂ ਯਾਤਰਾਵਾਂ ਦੌਰਾਨ ਮੁੱਢਲੀ ਕਲੀਸਿਆ ਵਿੱਚ ਉਪਦੇਸ਼ ਕੀਤਾ ਸੀ। ਚਾਹੇ ਕੋਈ ਵੀ ਯਹੂਨਾ ਹੋਵੇ, ਉਹ ਸ਼ੁਰੂਆਤੀ ਪੰਕਤੀਆਂ ਵਿੱਚ ਸਪਸ਼ਟ ਕਰਦਾ ਹੈ ਕਿ ਉਸਨੇ ਕਿਸ ਕਿਸਮ ਦੀ ਪੁਸਤਕ ਲਿਖੀ ਹੈ। ਉਹ ਇਸ ਨੂੰ ਸਭ ਤੋਂ ਪਹਿਲਾਂ ਪ੍ਰਕਾਸ਼ ਦੀ ਪੋਥੀ ਜਾਂ ਈਸ਼ਵਰੀ ਪ੍ਰਕਾਸ਼ਨ ਆਖਦਾ ਹੈ। ਇਸ ਦਾ ਯੂਨਾਨੀ ਸ਼ਬਦ ਅਪੋਕਲਿਪਸਿਸ ਹੈ ਅਤੇ ਇਹ ਇੱਕ ਪ੍ਰਕਾਰ ਦਾ ਸਾਹਿਤ ਹੈ ਜੋ ਇਬਰਾਨੀ ਅਤੇ ਹੋਰ ਪ੍ਰਸਿੱਧ ਯਹੂਦੀ ਲਿਖਤਾਂ ਦਾ ਹਵਾਲਾ ਦਿੰਦਾ ਹੈ ਜੋ ਯਹੂਨਾ ਦੇ ਪਾਠਕਾਂ ਲਈ ਪ੍ਰਚਲਿਤ ਸੀ। ਅਪੋਕਲਿਪਸਿਸ ਇੱਕ ਨਬੀ ਦੇ ਸੰਕੇਤਨ, ਸੁਪਨੇ ਅਤੇ ਦਰਸ਼ਨਾਂ ਬਾਰੇ ਦੱਸਦਾ ਹੈ ਜੋ ਇਤਿਹਾਸ ਅਤੇ ਮੌਜੂਦਾ ਘਟਨਾਵਾਂ ਬਾਰੇ ਪਰਮੇਸ਼ਵਰ ਦੇ ਸਵਰਗੀ ਦ੍ਰਿਸ਼ਟੀਕੋਣ ਨੂੰ ਪ੍ਰਗਟ ਕਰਦੇ ਹਨ, ਤਾਂ ਜੋ ਵਰਤਮਾਨ ਨੂੰ ਇਤਿਹਾਸ ਦੇ ਅੰਤਿਮ ਨਤੀਜੇ ਦੇ ਪ੍ਰਕਾਸ਼ਨ ਵਿੱਚ ਵੇਖਿਆ ਜਾ ਸਕੇ। ਅਤੇ ਯਹੂਨਾ ਆਖਦਾ ਹੈ ਕਿ ਇਹ ਈਸ਼ਵਰੀ ਪ੍ਰਕਾਸ਼ਨ ਇੱਕ ਭਵਿੱਖਬਾਣੀ ਹੈ, ਜਿਸ ਦਾ ਅਰਥ ਹੈ ਕਿ ਇਹ ਇੱਕ ਬਚਨ ਹੈ ਜੋ ਪਰਮੇਸ਼ਵਰ ਦੇ ਇੱਕ ਨਬੀ ਦੁਆਰਾ ਪਰਮੇਸ਼ਵਰ ਦੇ ਲੋਕਾਂ ਨੂੰ ਬੋਲਿਆ ਗਿਆ ਹੈ, ਜੋ ਆਮ ਤੌਰ ਤੇ ਸੰਕਟ ਦੇ ਸਮੇਂ ਉਹਨਾਂ ਨੂੰ ਚੇਤਾਵਨੀ ਜਾਂ ਦਿਲਾਸਾ ਦੇਣ ਲਈ ਹੁੰਦਾ ਸੀ। ਇਸ ਪੁਸਤਕ ਨੂੰ ਭਵਿੱਖਬਾਣੀ ਕਹਿੰਦੇ ਹੋਏ ਯਹੂਨਾ ਇਹ ਆਖ ਰਿਹਾ ਹੈ ਕਿ ਇਹ ਬਾਈਬਲ ਦੇ ਨਬੀਆਂ ਦੀ ਪਰੰਪਰਾ ਅਨੁਸਾਰ ਹੈ ਅਤੇ ਉਹਨਾਂ ਦੇ ਸੰਦੇਸ਼ ਨੂੰ ਚਰਮ ਸੀਮਾ ਤੇ ਲਿਆ ਰਿਹਾ ਹੈ। ਇਹ ਈਸ਼ਵਰੀ ਪ੍ਰਕਾਸ਼ ਦੇ ਅਗੰਮ ਵਾਕ ਉਹਨਾਂ ਵਾਸਤਵਿਕ ਲੋਕਾਂ ਨੂੰ ਭੇਜੇ ਗਏ ਸਨ ਜਿਨ੍ਹਾਂ ਨੂੰ ਯਹੂਨਾ ਜਾਣਦਾ ਸੀ। ਇਹ ਪੁਸਤਕ ਇੱਕ ਪੱਤਰੀ ਦੀ ਤਰ੍ਹਾਂ ਆਰੰਭ ਅਤੇ ਸਮਾਪਤ ਹੁੰਦੀ ਹੈ ਜੋ ਆਸੀਆ ਦੇ ਪ੍ਰਾਚੀਨ ਰੋਮ ਦੀਆਂ 7 ਕਲੀਸਿਆਵਾਂ ਨੂੰ ਲਿਖੀ ਗਈ ਸੀ। ਹੁਣ ਯਹੂਨਾ ਲਈ 7 ਇੱਕ ਮਹੱਤਵਪੂਰਨ ਅੰਕ ਹੈ। ਇਹ ਪੁਰਾਣੇ ਨੇਮ ਦੇ ਸ਼ਬਦ ਦੇ 7 ਦਿਨਾਂ ਦੇ ਆਧਾਰ ਤੇ ਇੱਕ ਪੂਰਨਤਾ ਦਾ ਪ੍ਰਤੀਕ ਹੈ। ਯਹੂਨਾ ਨੇ ਇਸ ਪੁਸਤਕ ਦੇ ਹਰ ਇੱਕ ਹਿੱਸੇ ਵਿੱਚ 7 ਅੰਕਾਂ ਨੂੰ ਬੁਣਿਆ ਹੋਇਆ ਹੈ। ਹੁਣ ਇਸ ਸ਼ੁਰੂਆਤ ਨਾਲ ਯਹੂਨਾ ਸਾਨੂੰ ਇਸ ਬਾਰੇ ਸਪਸ਼ਟ ਨਿਰਦੇਸ਼ ਦਿੰਦਾ ਹੈ ਕਿ ਅਸੀਂ ਇਸ ਪੁਸਤਕ ਨੂੰ ਕਿਵੇਂ ਸਮਝ ਸਕਦੇ ਹਾਂ। ਯਹੂਦੀ ਈਸ਼ਵਰੀ ਪ੍ਰਕਾਸ਼ਨ ਸੰਕੇਤਕ ਰੂਪਕਾਂ ਅਤੇ ਅੰਕਾਂ ਦੇ ਰਾਹੀਂ ਲੋਕਾਂ ਨੂੰ ਸੰਦੇਸ਼ ਦਿੰਦੇ ਸਨ। ਇਹ ਦੁਨੀਆ ਦੇ ਅੰਤ ਦੇ ਸਮੇਂ ਬਾਰੇ ਕੋਈ ਗੁਪਤ ਭਵਿੱਖਬਾਣੀ ਕੋਡ ਨਹੀਂ ਹੈ। ਇਸ ਦੀ ਬਜਾਏ ਯਹੂਨਾ ਇਹਨਾਂ ਚਿੰਨ੍ਹਾਂ ਦਾ ਲਗਾਤਾਰ ਇਸਤੇਮਾਲ ਕਰ ਰਿਹਾ ਹੈ ਜੋ ਪੁਰਾਣੇ ਨੇਮ ਤੋਂ ਲਏ ਗਏ ਹਨ, ਅਤੇ ਉਹ ਆਪਣੇ ਪਾਠਕਾਂ ਤੋਂ ਉਮੀਦ ਕਰਦਾ ਹੈ ਕਿ ਉਹ ਉਸ ਦੁਆਰਾ ਦਿੱਤੇ ਬਚਨਾਂ ਦੀ ਖੋਜ ਕਰਦੇ ਹੋਏ ਇਸ ਗੱਲ ਦਾ ਪਤਾ ਲਗਾਉਣ ਕਿ ਇਹਨਾਂ ਚਿੰਨ੍ਹਾਂ ਦਾ ਕੀ ਅਰਥ ਹੈ। ਸੱਚਾਈ ਇਹ ਵੀ ਹੈ, ਇਸ ਪੱਤਰੀ ਨਾਲ ਯਹੂਨਾ ਅਸਲ ਵਿੱਚ ਪਹਿਲੀ ਸਦੀ ਦੀਆਂ ਕਲੀਸਿਆਵਾਂ ਦੇ ਹਾਲਾਤਾਂ ਨੂੰ ਸੰਬੋਧਿਤ ਕਰ ਰਿਹਾ ਹੈ। ਇਸ ਲਈ ਇਸ ਪੁਸਤਕ ਵਿੱਚ ਆਉਣ ਵਾਲੀਆਂ ਮਸੀਹੀ ਪੀੜ੍ਹੀਆਂ ਦੇ ਲਈ ਵੀ ਬਹੁਤ ਕੁਝ ਹੈ, ਪਰੰਤੂ ਸਭ ਤੋਂ ਪਹਿਲਾਂ ਇਸ ਪੁਸਤਕ ਦਾ ਅਰਥ ਯਹੂਨਾ ਦੇ ਸਮੇਂ, ਸਥਾਨ ਅਤੇ ਸੁਣਨ ਵਾਲਿਆਂ ਦੇ ਇਤਿਹਾਸਿਕ ਪ੍ਰਸੰਗ ਵਿੱਚ ਜਾਣਨਾ ਚਾਹੀਦਾ ਹੈ। ਇਹ ਸਾਨੂੰ ਪੁਸਤਕ ਦੇ ਪਹਿਲੇ ਭਾਗ ਵੱਲ ਲਿਆਉਂਦਾ ਹੈ। 7 ਕਲੀਸਿਆਵਾਂ ਨੂੰ ਯਿਸੂ ਦਾ ਸੰਦੇਸ਼। ਯਹੂਨਾ ਨੂੰ ਪਾਤਮੁਸ ਟਾਪੂ ਤੇ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਉਸਨੇ ਜੀ ਉੱਠੇ ਯਿਸੂ ਨੂੰ ਜਗਤ ਦੇ ਉੱਚੇ ਮਹਿਮਾਮਈ ਪਾਤਸ਼ਾਹ ਵਜੋਂ ਵੇਖਿਆ। ਉਹ 7 ਸ਼ਮਾਦਾਨਾਂ ਦੇ ਵਿਚਕਾਰ ਖੜਾ ਸੀ ਅਤੇ ਯਹੂਨਾ ਨੂੰ ਦੱਸਿਆ ਗਿਆ ਹੈ ਕਿ ਇਹ ਆਸੀਆ ਦੀਆਂ 7 ਕਲੀਸਿਆਵਾਂ ਦਾ ਪ੍ਰਤੀਕ ਹੈ, ਜਿਸ ਦਾ ਹਵਾਲਾ ਜ਼ਕਰੀਆ ਨਬੀ ਦੀ ਪੁਸਤਕ ਤੋਂ ਲਿਆ ਗਿਆ ਹੈ। ਯਿਸੂ ਉਹਨਾਂ ਖਾਸ ਮੁਸ਼ਕਲਾਂ ਦੀ ਗੱਲ ਕਰਨਾ ਸ਼ੁਰੂ ਕਰਦਾ ਹੈ ਜਿਸ ਦਾ ਸਾਹਮਣਾ ਹਰੇਕ ਕਲੀਸਿਆ ਕਰਦੀ ਹੈ। ਕੁਝ ਦੌਲਤ ਅਤੇ ਅਮੀਰੀ ਦੇ ਕਾਰਨ ਲਾਪਰਵਾਹ ਹੋ ਗਏ ਸਨ। ਦੂਸਰਿਆਂ ਨੇ ਨੈਤਿਕ ਤੌਰ ਤੇ ਸਮਝੌਤਾ ਕਰ ਲਿਆ ਸੀ। ਉਹਨਾਂ ਦੇ ਲੋਕ ਅਜੇ ਵੀ ਰਸਮੀ ਚੜਾਵੇ ਖਾ ਰਹੇ ਸਨ ਅਤੇ ਗੈਰ ਕੌਮਾਂ ਦੇ ਮੰਦਰਾਂ ਵਿੱਚ ਭੋਗ ਵਿਲਾਸ ਕਰ ਰਹੇ ਸਨ। ਪਰ ਕਲੀਸਿਆਵਾਂ ਵਿੱਚੋਂ ਹੋਰ ਲੋਕ ਯਿਸੂ ਪ੍ਰਤੀ ਵਫਾਦਾਰ ਰਹੇ ਅਤੇ ਉਹ ਪਰੇਸ਼ਾਨੀ ਅਤੇ ਹਿੰਸਕ ਸਤਾਅ ਦਾ ਸਾਹਮਣਾ ਕਰ ਰਹੇ ਸਨ। ਅਤੇ ਯਿਸੂ ਚੇਤਾਵਨੀ ਦਿੰਦਾ ਹੈ ਕਿ ਇਹ ਹਾਲਾਤ ਹੋਰ ਬੁਰੇ ਹੋਣ ਜਾ ਰਹੇ ਹਨ। ਕਲੀਸਿਆਵਾਂ ਉੱਤੇ ਇੱਕ ਕਲੇਸ਼ ਆਵੇਗਾ ਜੋ ਉਹਨਾਂ ਨੂੰ ਸਮਝੌਤੇ ਜਾਂ ਵਿਸ਼ਵਾਸ ਯੋਗਤਾ ਵਿਚਕਾਰ ਚੋਣ ਕਰਨ ਲਈ ਮਜਬੂਰ ਕਰੇਗਾ। ਯਹੂਨਾ ਦੇ ਦਿਨ ਰੋਮੀ ਸਮਰਾਟ ਨੀਰੋ ਦੁਆਰਾ ਮਸੀਹਾਂ ਦਾ ਕਤਲ ਅਤੀਤ ਦੀ ਗੱਲ ਸੀ ਅਤੇ ਸਮਰਾਟ ਡੋਮੀਸ਼ੀਅਨ ਦੁਆਰਾ ਮਸੀਹਾਂ ਤੇ ਸਤਾਅ ਚੱਲ ਰਿਹਾ ਸੀ। ਇਸ ਲਈ ਪਰਤਾਵਾ ਇਸ ਗੱਲ ਦਾ ਸੀ ਕਿ ਜ਼ੁਲਮ ਤੋਂ ਬਚਣ ਲਈ ਯਿਸੂ ਦਾ ਇਨਕਾਰ ਕੀਤਾ ਜਾਵੇ ਜਾਂ ਰੋਮੀ ਪ੍ਰਣਾਲੀ ਨੂੰ ਮੰਨ ਲਿਆ ਜਾਵੇ। ਯਿਸੂ ਉਹਨਾਂ ਨੂੰ ਵਿਸ਼ਵਾਸ ਯੋਗਤਾ ਲਈ ਬੁਲਾਉਂਦਾ ਹੈ ਤਾਂ ਜੋ ਉਹ ਸੱਚਮੁੱਚ ਜੇਤੂ ਹੋਣ। ਯਿਸੂ ਇਹਨਾਂ ਕਲੀਸਿਆਵਾਂ ਵਿੱਚੋਂ ਹਰੇਕ ਨੂੰ ਜੋ ਜਿੱਤ ਪ੍ਰਾਪਤ ਕਰਦਾ ਹੈ ਪ੍ਰਤੀਫਲ ਦੇਣ ਦਾ ਵਾਅਦਾ ਕਰਦਾ ਹੈ। ਹਰੇਕ ਇਨਾਮ ਇਸ ਪੁਸਤਕ ਦੇ ਆਖਰੀ ਦਰਸ਼ਨ ਵੱਲ ਲੈ ਜਾਂਦਾ ਹੈ ਜੋ ਸਵਰਗ ਅਤੇ ਧਰਤੀ ਦੇ ਵਿਆਹ ਬਾਰੇ ਹੈ। ਇਸ ਲਈ ਇਹ ਸ਼ੁਰੂਆਤੀ ਭਾਗ ਇੱਕ ਰੂਪਰੇਖਾ ਤਿਆਰ ਕਰਦਾ ਹੈ ਜੋ ਇਸ ਪੁਸਤਕ ਦੀ ਕਹਾਣੀ ਨੂੰ ਅੱਗੇ ਚਲਾਵੇਗਾ। ਕਿ ਯਿਸੂ ਦੇ ਲੋਕ ਕਾਇਮ ਰਹਿਣਗੇ, ਕਿ ਉਹ ਨਵੀਂ ਸ੍ਰਿਸ਼ਟੀ ਦੇ ਵਾਰਿਸ ਬਣਨਗੇ ਜੋ ਪਰਮੇਸ਼ਵਰ ਨੇ ਉਹਨਾਂ ਲਈ ਰੱਖੀ ਹੋਈ ਹੈ। ਯਿਸੂ ਨਾਲ ਵਿਸ਼ਵਾਸ ਯੋਗਤਾ ਨੂੰ ਜਿੱਤ ਕਿਉਂ ਦਰਸਾਇਆ ਗਿਆ ਹੈ? ਪੁਸਤਕ ਦੇ ਅਗਲੇ ਹਿੱਸੇ ਵਿੱਚ ਯਹੂਨਾ ਦਾ ਜਵਾਬ ਦਰਜ ਹੈ। ਇਸ ਤੋਂ ਬਾਅਦ ਯਹੂਨਾ ਪਰਮੇਸ਼ਵਰ ਦੇ ਸਵਰਗੀ ਸਿੰਘਾਸਨ ਦਾ ਦਰਸ਼ਨ ਦੇਖਦਾ ਹੈ ਅਤੇ ਉਸਨੇ ਇਸ ਨੂੰ ਪੁਰਾਣੇ ਨੇਮ ਦੇ ਕਈ ਨਬੀਆਂ ਦੁਆਰਾ ਚਿਤਰਨ ਨਾਲ ਦਰਸਾਇਆ ਹੈ। ਪਰਮੇਸ਼ਵਰ ਦੇ ਚਾਰੇ ਪਾਸੇ ਜੀਵ ਅਤੇ ਬਜ਼ੁਰਗ ਹਨ ਜੋ ਸਾਰੀ ਸ੍ਰਿਸ਼ਟੀ ਅਤੇ ਮਾਨਵ ਜਾਤੀ ਨੂੰ ਦਰਸਾਉਂਦੇ ਹਨ ਅਤੇ ਉਹ ਇੱਕ ਸੱਚੇ ਸਿਰਜਣਹਾਰ ਪਰਮੇਸ਼ਵਰ ਨੂੰ ਸਤਿਕਾਰ ਅਤੇ ਆਦਰ ਦੇ ਰਹੇ ਹਨ ਜੋ ਪਵਿੱਤਰ 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 ਹੈ। ਪਰਮੇਸ਼ਵਰ ਦੇ ਹੱਥ ਵਿੱਚ ਇੱਕ ਪੁਸਤਕ ਹੈ ਜੋ 7 ਮੋਹਰਾਂ ਨਾਲ ਬੰਦ ਕੀਤੀ ਹੋਈ ਹੈ। ਇਹ ਪੁਰਾਣੇ ਨੇਮ ਦੇ ਨਬੀਆਂ ਦੇ ਸੰਦੇਸ਼ ਅਤੇ ਦਾਨੀਅਲ ਦੇ ਦਰਸ਼ਨਾਂ ਦੀ ਮੋਹਰ ਬੰਦ ਪੋਥੀ ਦਾ ਪ੍ਰਤੀਕ ਹੈ।
ਇਹ ਸਭ ਕੁਝ ਇਸ ਬਾਰੇ ਹੈ ਕਿ ਕਿਵੇਂ ਪਰਮੇਸ਼ਵਰ ਦਾ ਰਾਜ ਜਿਵੇਂ ਸਵਰਗ ਵਿੱਚ ਹੈ ਇਸ ਧਰਤੀ ਉੱਤੇ ਪੂਰੀ ਤਰ੍ਹਾਂ ਆਵੇਗਾ। ਪਰ ਕੋਈ ਵੀ ਇਹ ਪੁਸਤਕ ਖੋਲਣ ਦੇ ਯੋਗ ਨਹੀਂ ਹੈ। ਫਿਰ ਯਹੂਨਾ ਉਸ ਵਿਅਕਤੀ ਬਾਰੇ ਸੁਣਦਾ ਹੈ ਜੋ ਇਸ ਨੂੰ ਖੋਲ ਸਕਦਾ ਹੈ। ਇਹ ਯਹੂਦਾ ਦੇ ਗੋਤ ਅਤੇ ਦਾਊਦ ਦੀ ਅੰਸ਼ ਦਾ ਬੱਬਰ ਸ਼ੇਰ ਹੈ। ਉਹ ਇਸ ਨੂੰ ਖੋਲ ਸਕਦਾ ਹੈ। ਇਹ ਮਸੀਹੀ ਰਾਜੇ ਦੇ ਪੁਰਾਣੇ ਨੇਮ ਦੇ ਵਰਣਨ ਹਨ ਜੋ ਸ਼ਾਹੀ ਜਿੱਤ ਨਾਲ ਪਰਮੇਸ਼ਵਰ ਦੇ ਰਾਜ ਨੂੰ ਸਥਾਪਿਤ ਕਰੇਗਾ। ਹੁਣ ਇਹੀ ਹੈ ਜੋ ਯਹੂਨਾ ਨੇ ਸੁਣਿਆ ਹੈ। ਪਰ ਫਿਰ ਜਦ ਉਹ ਮੁੜਦਾ ਹੈ ਅਤੇ ਵੇਖਦਾ ਹੈ ਤਾਂ ਉਸ ਨੂੰ ਸ਼ੇਰ ਵਰਗਾ ਹਿੰਸਕ ਰਾਜਾ ਵਿਖਾਈ ਨਹੀਂ ਦਿੰਦਾ, ਬਲਕਿ ਉੱਥੇ ਇੱਕ ਲਹੂ ਲਹਾਨ ਹੋਇਆ ਲੇਲਾ ਖੜਾ ਵਿਖਾਈ ਦਿੰਦਾ ਹੈ ਜੋ ਜਿਉਂਦਾ ਹੈ ਅਤੇ ਪੁਸਤਕ ਖੋਲਣ ਲਈ ਤਿਆਰ ਹੈ। ਹੁਣ ਕੁਰਬਾਨ ਲੇਲੇ ਵਜੋਂ ਯਿਸੂ ਦਾ ਇਹ ਪ੍ਰਤੀਕ ਪੁਸਤਕ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹੈ। ਯਹੂਨਾ ਆਖਦਾ ਹੈ ਕਿ ਪੁਰਾਣੇ ਨੇਮ ਦੇ ਵਾਅਦੇ ਅਨੁਸਾਰ ਪਰਮੇਸ਼ਵਰ ਦੇ ਆਗਾਮੀ ਜੇਤੂ ਰਾਜ ਦਾ ਆਰੰਭ ਸਲੀਬ ਉੱਤੇ ਚੜਾਏ ਮਸੀਹ ਦੁਆਰਾ ਕੀਤਾ ਗਿਆ ਸੀ। ਯਿਸੂ ਨੇ ਸੱਚੇ ਪਸਾਹ ਦੇ ਲੇਲੇ ਵਜੋਂ ਕੁਰਬਾਨ ਹੋ ਕੇ ਆਪਣੇ ਵੈਰੀਆਂ ਤੇ ਜਿੱਤ ਪ੍ਰਾਪਤ ਕੀਤੀ ਤਾਂ ਜੋ ਉਹਨਾਂ ਦਾ ਛੁਟਕਾਰਾ ਹੋ ਸਕੇ। ਜੀ ਉੱਠਣ ਦੇ ਕਾਰਨ ਯਿਸੂ ਦੀ ਸਲੀਬ ਤੇ ਮੌਤ ਕੋਈ ਹਾਰ ਨਹੀਂ ਸੀ। ਇਹ ਉਸ ਦਾ ਪਾਤਸ਼ਾਹ ਵਜੋਂ ਉੱਚਾ ਉਠਾਇਆ ਜਾਣਾ ਸੀ। ਇਹ ਉਹ ਢੰਗ ਸੀ ਜਿਸ ਨਾਲ ਉਸਨੇ ਬੁਰਾਈ ਨੂੰ ਜਿੱਤ ਲਿਆ। ਇਸ ਤਰ੍ਹਾਂ ਇਹ ਦਰਸ਼ਨ ਪੂਰਾ ਹੁੰਦਾ ਹੈ ਕਿ ਲੇਲਾ ਉਸ ਦੇ ਨਾਲ ਬੈਠਾ ਹੈ ਜੋ ਸਿੰਘਾਸਨ ਤੇ ਹੈ ਅਤੇ ਉਹਨਾਂ ਦੀ ਇੱਕ ਸੱਚੇ ਸਿਰਜਣਹਾਰ ਅਤੇ ਮੁਕਤੀਦਾਤਾ ਵਜੋਂ ਵਡਿਆਈ ਹੁੰਦੀ ਹੈ ਅਤੇ ਕੋਇਆ ਹੋਇਆ ਲੇਲਾ ਪੁਸਤਕ ਖੋਲਣੀ ਸ਼ੁਰੂ ਕਰਦਾ ਹੈ। ਇਹ ਇਤਿਹਾਸ ਨੂੰ ਇਸ ਦੇ ਅੰਤਮ ਵੱਲ ਲਿਆਉਣ ਲਈ ਉਸ ਦੇ ਈਸ਼ਵਰੀ ਅਧਿਕਾਰ ਦਾ ਪ੍ਰਤੀਕ ਹੈ ਜੋ ਸਾਨੂੰ ਪੁਸਤਕ ਦੇ ਅਗਲੇ ਭਾਗ ਵੱਲ ਲਿਆਉਂਦਾ ਹੈ। 7 ਦੇ 3 ਚੱਕਰ, 7 ਮੋਹਰਾਂ, 7 ਤੁਰੀਆਂ ਅਤੇ 7 ਕਟੋਰੇ। ਹਰੇਕ ਚੱਕਰ ਧਰਤੀ ਉੱਤੇ ਪਰਮੇਸ਼ਵਰ ਦੇ ਰਾਜ ਅਤੇ ਨਿਆਂ ਦੀ ਆਮਦ ਨੂੰ ਦਰਸਾਉਂਦਾ ਹੈ ਜਿਵੇਂ ਸਵਰਗ ਵਿੱਚ ਹੈ। ਹੁਣ ਕੁਝ ਲੋਕ ਅਜਿਹਾ ਸੋਚਦੇ ਹਨ ਕਿ 7 ਈਸ਼ਵਰੀ ਨਿਆਵਾਂ ਦੇ 3 ਸਮੂਹ ਉਹਨਾਂ ਘਟਨਾਵਾਂ ਦੇ ਸ਼ਾਬਦਿਕ ਕਰਮ ਅਨੁਸਾਰ ਲੜੀ ਨੂੰ ਦਰਸਾਉਂਦੇ ਹਨ ਜੋ ਪਹਿਲਾਂ ਹੋ ਗਿਆ ਜਾਂ ਵਰਤਮਾਨ ਵਿੱਚ ਹੋ ਰਿਹਾ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ ਜਦੋਂ ਯਿਸੂ ਦੀ ਦੁਬਾਰਾ ਆਮਦ ਹੋਵੇਗੀ। ਪਰ ਧਿਆਨ ਦਿਓ ਕਿ ਯਹੂਨਾ ਇਹਨਾਂ 7 ਘਟਨਾਵਾਂ ਨੂੰ ਇੱਕ ਲੜੀ ਵਿੱਚ ਰੱਖਦਾ ਹੈ। ਅੰਤਿਮ 7 ਕਟੋਰੇ 7ਵੀਂ ਤੁਰੀ ਅਤੇ 7ਵੀਂ ਮੋਹਰ ਦੇ ਵਿੱਚੋਂ ਆਉਂਦੇ ਹਨ। 7 ਮੋਹਰਾਂ ਤੋਂ 7 ਤੁਰੀਆਂ ਨਿਕਲਦੀਆਂ ਹਨ। ਉਹ ਇੱਕ ਗੁੱਡੀ ਦੇ ਅੰਦਰ ਕਈ ਗੁੱਡੀਆਂ ਦੀ ਤਰ੍ਹਾਂ ਹਨ। ਹਰ 7ਵੇਂ ਵਿੱਚ ਅਗਲੇ 7 ਹਨ। ਇਹ ਵੀ ਧਿਆਨ ਦਿਓ ਕਿ 7 ਦੀ ਲੜੀ ਵਿੱਚੋਂ ਹਰ ਇੱਕ ਅੰਤਮ ਨਿਆਂ ਦੇ ਅੰਤ ਤੇ ਕਿਵੇਂ ਆਉਂਦੀ ਹੈ ਅਤੇ ਉਹਨਾਂ ਦੇ ਸਿੱਟੇ ਵੀ ਮੇਲ ਖਾਂਦੇ ਹਨ। ਇਸ ਲਈ ਜ਼ਿਆਦਾ ਸੰਭਾਵਨਾ ਇਹ ਹੈ ਕਿ ਯਹੂਨਾ ਯਿਸੂ ਦੇ ਜੀ ਉੱਠਣ ਅਤੇ ਭਵਿੱਖ ਵਿੱਚ ਵਾਪਸੀ ਦੇ 3 ਵੱਖੋ ਵੱਖਰੇ ਦ੍ਰਿਸ਼ਟੀਕੋਣਾਂ ਤੋਂ ਉਸ ਸਮੇਂ ਦੀ ਤਸਵੀਰ ਨੂੰ ਦਰਸਾਉਣ ਲਈ 7 ਦੇ ਹਰੇਕ ਸਮੂਹ ਨੂੰ ਵਰਤ ਰਿਹਾ ਹੈ। ਇਸ ਲਈ ਕੋਇਆ ਹੋਇਆ ਲੇਲਾ ਪੁਸਤਕ ਦੀਆਂ ਪਹਿਲੀਆਂ 4 ਮੋਹਰਾਂ ਖੋਲਣਾ ਸ਼ੁਰੂ ਕਰਦਾ ਹੈ ਅਤੇ ਯਹੂਨਾ 4 ਘੁੜਸਵਾਰ ਵੇਖਦਾ ਹੈ। ਇਹ ਤਸਵੀਰ ਜ਼ਕਰੀਆ ਦੀ ਪੁਸਤਕ ਦੇ ਪਹਿਲੇ ਅਧਿਆਇ ਵਿੱਚੋਂ ਹੈ ਅਤੇ ਇਹ ਯੁੱਧ, ਜਿੱਤ, ਅਕਾਲ ਅਤੇ ਮੌਤ ਦੇ ਸਮੇਂ ਦਾ ਪ੍ਰਤੀਕ ਹਨ। ਦੂਜੇ ਸ਼ਬਦਾਂ ਵਿੱਚ ਮਨੁੱਖ ਜਾਤੀ ਦੇ ਇਤਿਹਾਸ ਵਿੱਚ ਇੱਕ ਭਿਅੰਕਰ ਦਿਨ। ਫਿਰ 5ਵੀਂ ਮੋਹਰ ਵਿੱਚ ਮਸੀਹੀ ਸ਼ਹੀਦਾਂ ਨੂੰ ਪਰਮੇਸ਼ਵਰ ਦੇ ਸਵਰਗੀ ਸਿੰਘਾਸਨ ਦੇ ਸਾਹਮਣੇ ਦਰਸਾਇਆ ਗਿਆ ਹੈ ਅਤੇ ਉਹਨਾਂ ਦੇ ਨਿਰਦੋਸ਼ ਲਹੂ ਦੀ ਦੁਹਾਈ ਧੂਪ ਦੀ ਵੇਦੀ ਦੇ ਧੂਏ ਦੀ ਤਰ੍ਹਾਂ ਪਰਮੇਸ਼ਵਰ ਦੇ ਅੱਗੇ ਉੱਠੀ ਹੈ ਅਤੇ ਉਹਨਾਂ ਨੂੰ ਇੰਤਜ਼ਾਰ ਕਰਨ ਲਈ ਆਖਿਆ ਜਾ ਰਿਹਾ ਹੈ ਕਿਉਂਕਿ ਹੋਰ ਮਸੀਹਾਂ ਨੇ ਸ਼ਹੀਦੀ ਨੂੰ ਪ੍ਰਾਪਤ ਕਰਨਾ ਹੈ। ਸਾਨੂੰ ਇਹ ਨਹੀਂ ਦੱਸਿਆ ਜਾਂਦਾ ਹੈ ਕਿ ਕਿਉਂ, ਪਰ ਇਹ ਜ਼ਰੂਰ ਆਖਿਆ ਜਾਂਦਾ ਹੈ ਕਿ ਅਜਿਹਾ ਜ਼ਿਆਦਾ ਦੇਰ ਤੱਕ ਨਹੀਂ ਰਹੇਗਾ। 6ਵੀਂ ਮੋਹਰ ਉਹਨਾਂ ਦੀ ਪੁਕਾਰ ਲਈ ਪਰਮੇਸ਼ਵਰ ਦੀ ਅੰਤਮ ਪ੍ਰਤੀਕਿਰਿਆ ਹੈ। ਉਹ ਪ੍ਰਭੂ ਦੇ ਦਿਨ ਨੂੰ ਲਿਆਉਂਦਾ ਹੈ ਜਿਸ ਦਾ ਵਰਣਨ ਯਸ਼ਾਇਆ ਅਤੇ ਜੋਇਲ ਦੀ ਪੁਸਤਕ ਵਿੱਚ ਕੀਤਾ ਗਿਆ ਸੀ ਅਤੇ ਧਰਤੀ ਦੇ ਲੋਕ ਚੀਕਦੇ ਹਨ, ਕੌਣ ਖੜਾ ਰਹਿ ਸਕਦਾ ਹੈ? ਅਤੇ ਫਿਰ ਅਚਾਨਕ ਯਹੂਨਾ ਇਸ ਪ੍ਰਸ਼ਨ ਦਾ ਉੱਤਰ ਦੇਣ ਲਈ ਰੁਕਦਾ ਹੈ। ਯਹੂਨਾ ਇੱਕ ਦੂਤ ਨੂੰ ਇੱਕ ਮੋਹਰ ਦੀ ਅੰਗੂਠੀ ਨਾਲ ਵੇਖਦਾ ਹੈ ਜੋ ਪਰਮੇਸ਼ਵਰ ਦੇ ਸੇਵਕਾਂ ਉੱਤੇ ਸੁਰੱਖਿਆ ਦਾ ਇੱਕ ਨਿਸ਼ਾਨ ਲਗਾਉਣ ਲਈ ਆ ਰਿਹਾ ਹੈ ਜੋ ਇਸ ਸਭ ਕਠਿਨਾਈ ਨੂੰ ਸਹਿ ਰਹੇ ਹਨ। ਉਹ ਉਹਨਾਂ ਲੋਕਾਂ ਦੀ ਗਿਣਤੀ ਸੁਣਦਾ ਹੈ ਜਿਨ੍ਹਾਂ ਤੇ ਮੋਹਰ ਲੱਗੀ ਹੋਈ ਹੈ, 1,44,000। ਇਹ ਇੱਕ ਸੈਨਾ ਦੀ ਗਿਣਤੀ ਹੈ ਜਿਵੇਂ ਕਿ ਗਿਣਤੀ ਦੀ ਪੁਸਤਕ ਦੇ ਪਹਿਲੇ ਅਧਿਆਇ ਵਿੱਚ ਵੇਖਦੇ ਹਾਂ। ਇਸਰਾਇਲ ਦੀਆਂ 12 ਗੋਤਾਂ ਵਿੱਚੋਂ ਹਰ ਇੱਕ ਵਿੱਚੋਂ 12,000 ਹਨ। ਹੁਣ ਧਿਆਨ ਦਿਓ, ਇਸ ਸੈਨਾ ਦੀ ਗਿਣਤੀ ਉਹੀ ਹੈ ਜੋ ਯਹੂਨਾ ਨੇ ਸੁਣਿਆ ਸੀ ਜਿਵੇਂ ਉਸ ਨੇ ਯਹੂਦਾ ਦੇ ਫਤਿਹਮੰਦ ਸ਼ੇਰ ਬਾਰੇ ਸੁਣਿਆ ਸੀ। ਪਰ ਦੋਵਾਂ ਮਾਮਲਿਆਂ ਵਿੱਚ ਜੋ ਉਸ ਨੇ ਮੁੜ ਕੇ ਵੇਖਿਆ ਉਹ ਕੋਏ ਗਏ ਲੇਲੇ ਯਿਸੂ ਦੀਆਂ ਸੈਨਿਕ ਤਸਵੀਰਾਂ ਦੀ ਪੂਰਤੀ ਸੀ। ਇਸ ਲਈ ਜਦੋਂ ਉਹ ਪਰਮੇਸ਼ਵਰ ਦੇ ਰਾਜ ਦੀ ਇਸ ਮਸੀਹੀ ਸੈਨਾ ਨੂੰ ਵੇਖਦਾ ਹੈ ਜੋ ਸਾਰੀਆਂ ਕੌਮਾਂ ਤੋਂ ਹਨ, ਇਹ ਅਬਰਾਹਮ ਨਾਲ ਕੀਤੇ ਪਰਮੇਸ਼ਵਰ ਦੇ ਪ੍ਰਾਚੀਨ ਵਾਅਦੇ ਦੀ ਪੂਰਤੀ ਹੈ। ਇਹ ਲੇਲੇ ਦੀ ਇਹ ਬਹੁ ਜਾਤੀ ਸੈਨਾ ਹੈ ਜੋ ਪਰਮੇਸ਼ਵਰ ਦੇ ਸਾਹਮਣੇ ਖੜੀ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਲੇਲੇ ਦੇ ਲਹੂ ਤੋਂ ਛੁਟਕਾਰਾ ਪ੍ਰਾਪਤ ਕੀਤਾ ਹੈ ਅਤੇ ਹੁਣ ਉਹਨਾਂ ਨੂੰ ਆਪਣੇ ਦੁਸ਼ਮਣਾਂ ਨੂੰ ਮਾਰਨ ਦੁਆਰਾ ਨਹੀਂ ਸਗੋਂ ਲੇਲੇ ਵਾਂਗ ਦੁੱਖ ਝੱਲਣ ਅਤੇ ਗਵਾਹੀ ਦੇ ਕੇ ਜਿੱਤਣ ਲਈ ਸੱਦਿਆ ਗਿਆ ਹੈ। ਇਸ ਤੋਂ ਬਾਅਦ 7ਵੀਂ ਅਤੇ ਆਖਰੀ ਮੋਹਰ ਖੋਲੀ ਜਾਂਦੀ ਹੈ। ਪਰ ਪੁਸਤਕ ਖੋਲਣ ਤੋਂ ਪਹਿਲਾਂ 7 ਚੇਤਾਵਨੀ ਦੇਣ ਵਾਲੀਆਂ ਤੁਰੀਆਂ ਫੂਕੀਆਂ ਜਾਂਦੀਆਂ ਹਨ ਅਤੇ ਧੂਫ ਦੀ ਜਗਵੇਦੀ ਤੋਂ ਅੱਗ ਲਈ ਜਾਂਦੀ ਹੈ। ਇਹ ਸ਼ਹੀਦਾਂ ਦੀ ਦੁਹਾਈ ਦਾ ਚਿੰਨ੍ਹ ਹੈ ਅਤੇ ਇਸ ਨੂੰ ਧਰਤੀ ਉੱਤੇ ਉਡੇਲ ਦਿੱਤਾ ਗਿਆ। ਇਹ ਪ੍ਰਭੂ ਦੇ ਦਿਨ ਦਾ ਪੂਰਾ ਹੋਣਾ ਹੈ।
ਹੁਣ 7 ਤੁਰੀਆਂ ਦੇ ਨਾਲ ਯਹੂਨਾ ਪਿੱਛੇ ਜਾਂਦਾ ਹੈ ਅਤੇ ਉਹ ਇਸ ਵਾਰ ਫਿਰ ਕੂਚ ਦੀ ਕਹਾਣੀ ਦੇ ਚਿੱਤਰਾਂ ਨਾਲ ਕਹਾਣੀ ਨੂੰ ਦੁਹਰਾਉਂਦਾ ਹੈ। ਪਹਿਲੀਆਂ 5 ਤੁਰੀਆਂ ਦਾ ਫੂਕਿਆ ਜਾਣਾ ਮਿਸਰ ਉੱਤੇ ਭੇਜੀਆਂ ਪਵਾਂ ਦਾ ਦੁਹਰਾਇਆ ਜਾਣਾ ਹੈ। ਫਿਰ 6ਵੀਂ ਤੁਰੀ 4 ਘੋੜਸਵਾਰਾਂ ਨੂੰ ਖੋਲ ਦਿੰਦੀ ਹੈ ਜੋ ਪਹਿਲੀਆਂ 4 ਮੋਹਰਾਂ ਵਿੱਚੋਂ ਨਿਕਲੇ ਸਨ। ਪਰ ਫਿਰ ਯਹੂਨਾ ਸਾਨੂੰ ਦੱਸਦਾ ਹੈ ਕਿ ਇਹਨਾਂ ਸਾਰੀਆਂ ਵਿਪਤਾਵਾਂ ਦੇ ਬਾਵਜੂਦ ਕੌਮਾਂ ਨੇ ਤੋਬਾ ਨਾ ਕੀਤੀ, ਜਿਵੇਂ ਕਿ ਕੂਚ ਵਿੱਚ ਫਿਰੌਨ ਨੇ ਵੀ ਤੋਬਾ ਨਹੀਂ ਕੀਤੀ ਸੀ। ਇਸ ਲਈ ਅਜਿਹਾ ਲੱਗਦਾ ਹੈ ਕਿ ਸਿਰਫ ਪਰਮੇਸ਼ਵਰ ਦਾ ਨਿਆਂ ਹੀ ਲੋਕਾਂ ਨੂੰ ਉਸ ਦੇ ਅੱਗੇ ਦੀਨਤਾ ਨਾਲ ਤੋਬਾ ਵਿੱਚ ਨਹੀਂ ਲਿਆਵੇਗਾ। ਯਹੂਨਾ ਫਿਰ ਇਸ ਘਟਨਾ ਨੂੰ ਵਿੱਚ ਹੀ ਰੋਕ ਦਿੰਦਾ ਹੈ। ਇੱਕ ਦੂਤ ਇੱਕ ਬਿਨਾਂ ਮੋਹਰ ਦੀ ਇੱਕ ਪੁਸਤਕ ਨੂੰ ਲਿਆਉਂਦਾ ਹੈ ਜਿਸ ਨੂੰ ਲੇਲੇ ਦੁਆਰਾ ਖੋਲ੍ਹਿਆ ਗਿਆ ਸੀ ਅਤੇ ਹਿਜ਼ਕੀਏਲ ਦੀ ਤਰ੍ਹਾਂ ਯਹੂਨਾ ਨੂੰ ਇਸ ਪੁਸਤਕ ਨੂੰ ਖਾਣ ਅਤੇ ਫਿਰ ਇਸ ਦੇ ਸੰਦੇਸ਼ ਦਾ ਪ੍ਰਚਾਰ ਕੌਮਾਂ ਨੂੰ ਕਰਨ ਲਈ ਆਖਿਆ ਗਿਆ। ਅੰਤ ਵਿੱਚ ਲੇਲੇ ਦੀ ਪੁਸਤਕ ਨੂੰ ਖੋਲ੍ਹਿਆ ਜਾਂਦਾ ਹੈ ਅਤੇ ਹੁਣ ਅਸੀਂ ਖੋਜ ਕਰਾਂਗੇ ਕਿ ਧਰਤੀ ਉੱਤੇ ਪਰਮੇਸ਼ਵਰ ਦਾ ਰਾਜ ਕਿਵੇਂ ਆਵੇਗਾ। ਪੁਸਤਕ ਦੀਆਂ ਗੱਲਾਂ 2 ਪ੍ਰਤੀਕ ਦਰਸ਼ਨਾਂ ਵਿੱਚ ਹਨ। ਪਹਿਲਾ ਯਹੂਨਾ ਪਰਮੇਸ਼ਵਰ ਦੀ ਹੈਕਲ ਨੂੰ ਅਤੇ ਸ਼ਹੀਦਾਂ ਨੂੰ ਉਸ ਜਗਵੇਦੀ ਕੋਲ ਵੇਖਦਾ ਹੈ ਅਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਉਹ ਇਸ ਨੂੰ ਮਿਣੇ ਅਤੇ ਅਲੱਗ ਕਰੇ। ਇਹ ਜ਼ਕਰੀਆ ਦੇ 2 ਅਧਿਆਇ ਤੋਂ ਲਈ ਗਈ ਸੁਰੱਖਿਆ ਦੀ ਇੱਕ ਤਸਵੀਰ ਹੈ। ਫਿਰ ਨਗਰ ਦੇ ਬਾਹਰੀ ਵਿਹੜੇ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ, ਉਸ ਨੂੰ ਕੌਮਾਂ ਦੁਆਰਾ ਮਿਧਿਆ ਜਾਂਦਾ ਹੈ। ਹੁਣ ਕੁਝ ਸੋਚਦੇ ਹਨ ਕਿ ਇਹ ਅਸਲ ਵਿੱਚ ਯਰੂਸ਼ਲਮ ਦੀ ਤਬਾਹੀ ਵੱਲ ਸੰਕੇਤ ਕਰਦਾ ਹੈ ਜੋ ਕਿ ਅਤੀਤ ਵਿੱਚ ਹੋਇਆ ਸੀ ਜਾਂ ਭਵਿੱਖ ਵਿੱਚ ਹੋਵੇਗਾ। ਪਰ ਇਸ ਤੋਂ ਵੀ ਜ਼ਿਆਦਾ ਇਹ ਸੰਭਾਵਨਾ ਹੈ ਕਿ ਯਹੂਨਾ ਯਿਸੂ ਅਤੇ ਰਸੂਲ ਦੀ ਰੀਤ ਦੇ ਪਿੱਛੇ ਚੱਲ ਰਿਹਾ ਹੈ, ਜਿਨ੍ਹਾਂ ਨੇ ਨਵੀਂ ਹੈਕਲ ਨੂੰ ਪਰਮੇਸ਼ਵਰ ਦੇ ਨਵੇਂ ਨੇਮ ਦੇ ਲੋਕਾਂ ਦੇ ਪ੍ਰਤੀਕ ਵਜੋਂ ਵਰਤਿਆ ਸੀ। ਉਸ ਸਥਿਤੀ ਵਿੱਚ ਇਹ ਇਸ ਬਾਰੇ ਇੱਕ ਚਿੱਤਰ ਹੈ ਕਿ ਕਿਵੇਂ ਯਿਸੂ ਦੇ ਚੇਲੇ ਕੌਮਾਂ ਦੁਆਰਾ ਸਤਾਏ ਜਾ ਸਕਦੇ ਹਨ, ਪਰ ਇਹ ਬਾਹਰੀ ਹਾਰ ਲੇਲੇ ਰਾਹੀਂ ਮਿਲੀ ਉਹਨਾਂ ਦੀ ਜਿੱਤ ਨਹੀਂ ਖੋ ਸਕਦੀ। ਇਹ ਵਿਚਾਰ ਪੁਸਤਕ ਦੇ ਦੂਸਰੇ ਦਰਸ਼ਨ ਵਿੱਚ ਵਧੇਰੇ ਵਿਸਤ੍ਰਿਤ ਹੋ ਜਾਂਦਾ ਹੈ। ਪਰਮੇਸ਼ਵਰ ਕੌਮਾਂ ਲਈ 2 ਨਬੀਆਂ ਨੂੰ ਗਵਾਹਾਂ ਦੇ ਤੌਰ ਤੇ ਨਿਯੁਕਤ ਕਰਦਾ ਹੈ ਅਤੇ ਇੱਕ ਵਾਰ ਫਿਰ ਕੁਝ ਲੋਕ ਸੋਚਦੇ ਹਨ ਕਿ ਇਹ ਸ਼ਾਬਦਿਕ ਤੌਰ ਤੇ 2 ਨਬੀਆਂ ਨੂੰ ਦਰਸਾਉਂਦਾ ਹੈ ਜੋ ਭਵਿੱਖ ਵਿੱਚ ਇੱਕ ਦਿਨ ਪ੍ਰਗਟ ਹੋਣਗੇ। ਪਰ ਯਹੂਨਾ ਉਹਨਾਂ ਨੂੰ ਸ਼ਮਾਦਾਨ ਆਖਦਾ ਹੈ ਜੋ ਕਿ ਕਲੀਸਿਆਵਾਂ ਲਈ ਉਸ ਦਾ ਸਪਸ਼ਟ ਪ੍ਰਤੀਕ ਹੈ। ਇਸ ਲਈ ਇਹ ਦਰਸ਼ਨ ਯਿਸੂ ਦੇ ਪੈਰੋਕਾਰਾਂ ਦੀ ਅਗੰਮ ਭੂਮਿਕਾ ਬਾਰੇ ਵਧੇਰੇ ਹਨ ਜੋ ਮੂਸਾ ਅਤੇ ਏਲੀਆ ਦੀ ਭੂਮਿਕਾ ਨਿਭਾਉਣ ਅਤੇ ਮੂਰਤੀ ਪੂਜਕ ਕੌਮਾਂ ਅਤੇ ਸ਼ਾਸਕਾਂ ਨੂੰ ਇੱਕ ਸੱਚੇ ਪਰਮੇਸ਼ਵਰ ਵੱਲ ਮੋੜਨ ਲਈ ਬੁਲਾਉਣ ਲਈ ਤਿਆਰ ਕੀਤੇ ਗਏ ਸਨ। ਪਰ ਅਚਾਨਕ ਇੱਕ ਭਿਆਨਕ ਦਰਿੰਦਾ ਦਿਖਾਈ ਦਿੰਦਾ ਹੈ। ਪਾਠਕ ਦਾਨੀਏਲ ਦੇ 7ਵੇਂ ਅਧਿਆਇ ਨੂੰ ਯਾਦ ਰੱਖੇ ਅਤੇ ਦਰਿੰਦਾ ਗਵਾਹਾਂ ਨੂੰ ਜਿੱਤ ਲੈਂਦਾ ਹੈ ਅਤੇ ਉਹਨਾਂ ਨੂੰ ਮਾਰ ਦਿੰਦਾ ਹੈ। ਪਰ ਪਰਮੇਸ਼ਵਰ ਉਹਨਾਂ ਗਵਾਹਾਂ ਨੂੰ ਦੁਬਾਰਾ ਜਿਉਂਦਾ ਕਰਦਾ ਹੈ, ਉਹਨਾਂ ਦੇ ਸਤਾਉਣ ਵਾਲਿਆਂ ਤੋਂ ਬਚਾ ਲੈਂਦਾ ਹੈ ਅਤੇ ਇਸ ਦਾ ਅੰਤਿਮ ਨਤੀਜਾ ਇਹ ਹੁੰਦਾ ਹੈ ਕਿ ਕੌਮਾਂ ਵਿੱਚੋਂ ਬਹੁਤ ਸਾਰੇ ਅੰਤ ਵਿੱਚ ਤੋਬਾ ਕਰਦੇ ਹਨ ਅਤੇ ਪ੍ਰਭੂ ਦੇ ਦਿਨ ਵਿੱਚ ਸਿਰਜਣਹਾਰ ਪਰਮੇਸ਼ਵਰ ਦੀ ਵਡਿਆਈ ਕਰਦੇ ਹਨ। ਹੁਣ ਰੁਕੋ, ਹੁਣ ਤੱਕ ਦੀ ਕਹਾਣੀ ਬਾਰੇ ਸੋਚੋ। ਪਰਮੇਸ਼ਵਰ ਦੀ ਸਜ਼ਾ ਦੀ ਚੇਤਾਵਨੀ ਜੋ ਮੋਹਰਾਂ ਅਤੇ ਤੁਰੀਆਂ ਦੇ ਜ਼ਰੀਏ ਆਈ, ਇਸ ਨਾਲ ਲੋਕਾਂ ਨੇ ਤੋਬਾ ਨਹੀਂ ਕੀਤੀ। ਜਿਵੇਂ ਕਿ ਕੂਚ ਦੀਆਂ ਵਿਪਤਾਵਾਂ ਨੇ ਫਿਰੌਨ ਦੇ ਮਨ ਨੂੰ ਕਠੋਰ ਕਰ ਦਿੱਤਾ ਸੀ, ਪਰ ਲੇਲੇ ਨੇ ਆਪਣੇ ਵੈਰੀਆਂ ਨਾਲ ਪਿਆਰ ਕਰਕੇ ਅਤੇ ਉਹਨਾਂ ਲਈ ਬਲੀਦਾਨ ਹੋ ਕੇ ਜਿੱਤ ਨੂੰ ਪ੍ਰਾਪਤ ਕੀਤਾ। ਅਤੇ ਹੁਣ ਲੇਲੇ ਦੀ ਪੁਸਤਕ ਦਾ ਸੰਦੇਸ਼ ਉਸ ਦੀ ਸੈਨਾ ਕਲੀਸਿਆ ਦੇ ਮਿਸ਼ਨ ਨੂੰ ਪ੍ਰਗਟ ਕਰਦਾ ਹੈ। ਪਰਮੇਸ਼ਵਰ ਦਾ ਰਾਜ ਉਸ ਵੇਲੇ ਪ੍ਰਗਟ ਹੋਵੇਗਾ ਜਦੋਂ ਕੌਮਾਂ ਕਲੀਸਿਆ ਨੂੰ ਲੇਲੇ ਦੇ ਪਿਆਰ ਭਰੇ ਬਲੀਦਾਨ ਦਾ ਪਿੱਛਾ ਕਰਦਿਆਂ ਵੇਖਦੀਆਂ ਹਨ, ਆਪਣੇ ਦੁਸ਼ਮਣਾਂ ਨੂੰ ਮਾਰਨ ਦੁਆਰਾ ਨਹੀਂ ਬਲਕਿ ਉਹਨਾਂ ਲਈ ਬਲੀਦਾਨ ਹੋਣ ਦੁਆਰਾ। ਇਹ ਯਿਸੂ ਦੇ ਚੇਲਿਆਂ ਦੁਆਰਾ ਪਰਮੇਸ਼ਵਰ ਦੀ ਦਇਆ ਦਾ ਪ੍ਰਗਟਾਵਾ ਹੈ ਜੋ ਕੌਮਾਂ ਨੂੰ ਤੋਬਾ ਲਈ ਪ੍ਰੇਰਿਤ ਕਰੇਗਾ। ਅਤੇ ਇਹ ਹੈਰਾਨੀਜਨਕ ਦਾਅਵਾ ਖੁੱਲੀ ਪੁਸਤਕ ਦਾ ਉਹ ਸੰਦੇਸ਼ ਹੈ ਜੋ ਯਹੂਨਾ ਨੇ ਪੂਰੀ ਪੁਸਤਕ ਦੇ ਬਿਲਕੁਲ ਮੱਧ ਵਿੱਚ ਰੱਖਿਆ ਹੈ। ਇਸ ਤੋਂ ਬਾਅਦ ਆਖਰੀ ਤੁਰੀ ਦੀ ਆਵਾਜ਼ ਆਉਂਦੀ ਹੈ ਅਤੇ ਕੌਮਾਂ ਨੂੰ ਹਿਲਾਇਆ ਜਾਂਦਾ ਹੈ ਕਿਉਂਕਿ ਧਰਤੀ ਉੱਤੇ ਪਰਮੇਸ਼ਵਰ ਦਾ ਰਾਜ ਆਵੇਗਾ ਜਿਵੇਂ ਇਹ ਸਵਰਗ ਵਿੱਚ ਹੈ। ਇਸ ਲਈ ਹੁਣ ਅਸੀਂ ਜਾਣਦੇ ਹਾਂ ਕਿ ਕਲੀਸਿਆ ਕੌਮਾਂ ਨੂੰ ਕਿਵੇਂ ਗਵਾਹੀ ਦੇਵੇਗੀ ਅਤੇ ਨਵੀਂ ਸ੍ਰਿਸ਼ਟੀ ਦੀ ਮਿਰਾਸ ਬਣੇਗੀ। ਪਰ ਉਹ ਭਿਆਨਕ ਦਰਿੰਦਾ ਕੌਣ ਸੀ ਜਿਸ ਨੇ ਪਰਮੇਸ਼ਵਰ ਦੇ ਲੋਕਾਂ ਨਾਲ ਲੜਾਈ ਲੜੀ? ਇਸ ਸਾਰੀ ਕਹਾਣੀ ਦਾ ਅੰਤ ਕਿਵੇਂ ਹੋਵੇਗਾ? ਯਹੂਨਾ ਪ੍ਰਕਾਸ਼ ਦੀ ਪੋਥੀ ਦੇ 2 ਅੱਧ ਵਿੱਚ ਸਾਨੂੰ ਦੱਸੇਗਾ।